ਹੈ ਸਾਕਾ ਧਰਮ ਹੇਤੁ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਨੌਵੇਂ ਗੁਰੂ ਨਾਨਕ ਪ੍ਰਮਾਤਮਾ ਦੇ ਸਰਗੁਣ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਇਹ ਮਹਾਨ ਸਮਾਗਮ ਗੁਰੂ ਸਾਹਿਬ ਦੀ ਅਗੰਮੀ ਸ਼ਖਸੀਅਤ ਨੂੰ ਯਾਦ ਕਰਦਿਆਂ ਕਰਵਾ ਰਹੀਆਂ ਨੇ। ਅੱਜ ਇਸ ਪਾਵਨ ਸਥਾਨ ਉੱਪਰ ਵੀ ਆਪ ਲੱਖਾਂ ਦੀ ਗਿਣਤੀ ਵਿੱਚ ਸ਼ਿਰਕਤ ਕਰ ਰਹੇ ਹੋ। ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਹੁਣਾ ਬੜੀ ਸਹਿਜਤਾ ਦੇ ਨਾਲ ਗੁਰ ਉਪਦੇਸ਼ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਚਾਰ ਕਰਕੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗੰਮੀ ਜੀਵਨ ਨੂੰ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਸੁਖਮਣੀ ਸਾਹਿਬ ਰਾਗ ਗੌੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 262 ਅੰਗ ਤੋਂ 296 ਅੰਗ ਦੇ ਦਰਮਿਆਨ ਦਰਜ ਹੈ। ਇਸ ਅਗੰਮੀ ਬਾਣੀ ਦੀ ਦੂਸਰੀ ਅਸ਼ਟਪਦੀ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਸਾਨੂੰ ਇਹ ਉਪਦੇਸ਼ ਬਖਸ਼ਦੇ ਨੇ। ਕਹਿੰਦੇ ਇਸ ਸ੍ਰਿਸ਼ਟੀ ਦੇ ਵਿੱਚ ਪਦਾਰਥਾਂ ਕਰਕੇ ਮਾਇਆ ਕਰਕੇ ਸੁਖ ਨਹੀਂ ਹੈ, ਸੁਖ ਕਰਮਾਂ ਦਾ ਹੈ। ਜੇ ਮਾਇਆ ਕਰਕੇ ਸੁਖ ਹੁੰਦਾ ਤੇ ਦੁਨੀਆ ਤੇ ਰਾਜਸੀ ਸੱਤਾ ਦੇ ਮਾਲਕ ਕਦੇ ਵੀ ਦੁਖੀ ਨਾ ਹੁੰਦੇ। ਪਰ ਅੰਦਰ ਫੋਲ ਕੇ ਵੇਖੋ, ਦੁੱਖਾਂ ਦੇ ਅੰਗਿਆਰੇ, ਤ੍ਰਿਸ਼ਨਾ ਦੇ ਅੰਗਿਆਰੇ, ਵਿਕਾਰਾਂ ਦੇ ਅੰਗਿਆਰੇ ਉਹਨਾਂ ਦੇ ਅੰਦਰ ਬਲਦੇ ਨੇ। ਸ੍ਰਿਸ਼ਟੀ ਦਾ ਕੋਈ ਵੀ ਰਾਜਾ ਹੈ, ਜਿਤਨੇ ਵੀ ਖੰਡ ਨੇ, ਟੁਕੜੇ ਨੇ, ਉਹਨਾਂ ਦੇ ਜਿੰਨੇ ਵੀ ਰਾਜੇ ਨੇ ਸਭ ਦੁੱਖ ਭੋਗਦੇ ਨੇ। ਮਾਇਆ ਪਦਾਰਥ ਖਰੀਦਣ ਵਿੱਚ ਸਹਾਇਕ ਹੈ, ਉਹਨਾਂ ਨੂੰ ਭੋਗ ਸਕੀਏ, ਆਨੰਦ ਲੈ ਸਕੀਏ, ਇਹ ਮਾਇਆ ਦੀ ਅਜ਼ਮਤ ਨਹੀਂ ਹੈ। ਕਈ ਵਾਰ ਪੈਸਾ ਹੁੰਦਾ ਹੈ, ਪਦਾਰਥ ਹੁੰਦੇ ਨੇ, ਭੋਗ ਨਹੀਂ ਪਾਉਂਦੇ, ਸੁੱਖ ਨਹੀਂ ਮਿਲਦਾ। ਮਹਾਰਾਜ ਕਹਿੰਦੇ ਜੇ ਸੁਖ ਚਾਹੀਦਾ ਹੈ, ਹਰ ਕਾ ਨਾਮ ਜਪਤ ਹੋਏ ਸੁਖੀਆ। ਹਰਿਆ ਭਰਿਆ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਨਾਮ ਜਪਣ ਵਾਲੇ ਕੋਲ ਚਾਹੇ ਮਾਇਆ ਨਹੀਂ ਹੈ, ਕੁੱਲੀ ਵਿੱਚ ਰਹਿੰਦਾ ਹੋਇਆ ਵੀ ਆਨੰਦਿਤ ਹੈ, ਖੇੜੇ ਵਿੱਚ ਹੈ, ਡਿਪਰੈਸ਼ਨ ਚਿੰਤਾਵਾਂ ਉਹਦੇ ਨਜ਼ਦੀਕ ਨਹੀਂ ਆਉਂਦੀਆਂ। ਸੋ ਨਾਮ ਜਪਣ ਵਾਲੇ ਨੂੰ ਸੁਖ ਹੈ। ਪੈਸਾ ਕੇਵਲ ਗੁਜ਼ਰਾਨ ਹੈ, ਗੁਜ਼ਾਰਾ ਚੱਲ ਸਕਦਾ ਹੈ, ਸੁਖ ਨਾਮ ਦੇ ਨਾਲ ਹੀ ਮਿਲੇਗਾ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਲੱਖ ਕਰੋੜੀ ਬੰਦ ਨਾ ਪਰੈ।
ਕਹਿੰਦੇ ਤ੍ਰਿਸ਼ਨਾ ਦੀ ਭੁੱਖ ਨੂੰ ਬੰਨ ਨਹੀਂ ਲੱਗਦਾ, ਚਾਹੇ ਕਰੋੜਾਂ ਰੁਪਈਆ ਇਕੱਠਾ ਕਰ ਲਈਏ। ਜਦੋਂ 100 ਕਮਾਉਂਦੇ ਸੀ ਗੁਜ਼ਾਰਾ ਉਦੋਂ ਵੀ ਚੱਲਦਾ ਸੀ, ਫਿਰ ਤ੍ਰਿਸ਼ਨਾ ਪੈਦਾ ਹੋਈ 1000 ਕਮਾਈਏ, 1000 ਕਮਾ ਲਿਆ ਗੁਜ਼ਾਰਾ ਚੱਲੀ ਗਿਆ, ਫਿਰ ਤ੍ਰਿਸ਼ਨਾ ਲੱਖ ਦੀ ਪੈਦਾ ਹੋਈ, ਕਰੋੜ ਦੀ ਪੈਦਾ ਹੋਈ। ਕਹਿੰਦੇ ਕਰੋੜਾਂ ਲੱਖਾਂ ਰੁਪਏ ਵੀ ਇਕੱਤਰ ਕਰ ਲਏ, ਫਿਰ ਵੀ ਮਹਾਰਾਜ ਆਖਣ ਲੱਗੇ ਮਾਇਆ ਦੀ ਜਿਹੜੀ ਲੱਗੀ ਹੋਈ ਤ੍ਰੇਹ ਹੈ, ਤ੍ਰਿਸ਼ਨਾ ਹੈ, ਉਹ ਨਾ ਮਿਟੀ। ਸੋ ਜਿਵੇਂ ਅੱਗ ਮੱਚੇ, ਜਿੰਨਾ ਚਾਹੇ ਲੱਕੜਾਂ ਦੀ ਖੁਰਾਕ ਉਸ ਨੂੰ ਦਿਓ, ਉਹਦੀ ਭੁੱਖ ਨਹੀਂ ਮਿਟਦੀ। ਪਦਾਰਥਾਂ ਦੇ ਨਾਲ ਬੰਦਾ ਕਦੇ ਵੀ ਰੱਜਦਾ ਨਹੀਂ ਹੈ। ਅੱਗੇ ਮਹਾਰਾਜ ਕਹਿੰਦੇ ਨੇ ਹਰ ਕਾ ਨਾਮ ਜਪਤ ਨਿਸਤਰੈ। ਮਾਇਆ ਦੀ ਅੱਗ ਜਿਹੜੀ ਹੈ ਨਾਮ ਦੇ ਛਿੱਟਿਆਂ ਦੇ ਨਾਲ ਹੀ ਬੁਝਦੀ ਹੈ। ਇਸ ਸੰਸਾਰ ਸਾਗਰ ਤੋਂ, ਦੁੱਖਾਂ ਦੇ ਸਾਗਰ ਤੋਂ ਨਿਸਤਾਰਾ ਨਾਮ ਕਰਕੇ ਹੈ। ਪਰਮਾਤਮਾ ਦੇ ਗੀਤ ਕੌਣ ਕਰਕੇ ਹੈ? ਜਿਹੜਾ ਵੀ ਗੀਤ ਗਾਵੇਗਾ, ਪਰਮਾਤਮਾ ਦੀ ਵਡਿਆਈ ਕਰੇਗਾ, ਉਹਨੂੰ ਨਜ਼ਾਤ ਮਿਲ ਜਾਵੇਗੀ। ਜਿਵੇਂ ਬਾਣੀ ਚਾਹੁੰਦਾ ਹੈ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ। ਜਿਨ੍ਹਾਂ ਨਾਮ ਰੱਜ ਕੇ ਖਾਧਾ ਹੈ, ਜਪਿਆ ਹੈ, ਸੁਖ ਉਹਨਾਂ ਨੂੰ ਹੈ, ਭੁੱਖ ਉਹਨਾਂ ਦੀ ਮਿਟੀ ਹੈ, ਤ੍ਰਿਸ਼ਨਾ ਦੀ ਅੱਗ ਉਹਨਾਂ ਦੀ ਬੁਝੀ ਹੈ। ਪਦਾਰਥਾਂ ਨਾਲ ਕਦੇ ਵੀ ਕੋਈ ਰੱਜਿਆ ਨਹੀਂ ਹੈ। ਅੱਗੇ ਗੁਰੂ ਸਾਹਿਬ ਹੁਕਮ ਕਰਦੇ ਨੇ ਅਨਕ ਮਾਇਆ ਰੰਗ ਤਿਖ ਨਾ ਬੂਝਾਵੈ। ਬੜੀ ਰੰਗੀਨੀ ਹੈ ਸੰਸਾਰ ਵਿੱਚ, ਬੜੀਆਂ ਮੌਜਾਂ ਨੇ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਨੇ ਮਾਇਆ ਦੀ ਕਮਾਈ ਕਰਕੇ ਲੱਖਾਂ ਕਰੋੜਾਂ ਅਸੀਂ ਪਾਸ ਇਕੱਠੇ ਕਰ ਲਏ। ਜੇ ਤੁਸੀਂ ਆਖੋ ਇਹ ਪਿਆਸ ਜੋ ਮਾਇਆ ਦੀ ਲੱਗੀ ਹੈ, ਮਾਇਆ ਨੂੰ ਪ੍ਰਾਪਤ ਕਰਕੇ ਮਿਟ ਜਾਵੇਗੀ। ਸਾਹਿਬ ਕਹਿੰਦੇ ਨੇ ਇਹ ਰੰਗ ਤਮਾਸ਼ਿਆਂ ਵਿੱਚ ਕਦੇ ਵੀ ਬੰਦਾ ਰੱਜਦਾ ਨਹੀਂ ਹੈ, ਰੰਗੀਨੀਆਂ ਵਿੱਚ ਕਦੇ ਵੀ ਬੰਦਾ ਰੱਜਦਾ ਨਹੀਂ ਹੈ। ਹਰ ਕਾ ਨਾਮ ਜਪਤ ਆਘਾਵੈ। ਪਰਮਾਤਮਾ ਦੇ ਨਾਮ ਦੀ ਹੀ ਐਸੀ ਬਰਕਤ ਹੈ ਜੋ ਮਾਇਆ ਦੀ ਪਿਆਸ ਵੀ ਬੁਝਾ ਦਿੰਦਾ ਹੈ ਔਰ ਮਾਇਆ ਦੀ ਭੁੱਖ ਵੀ ਮਿਟਾ ਦਿੰਦਾ ਹੈ, ਰੱਜ ਬਖਸ਼ਦਾ ਹੈ। ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਮੰਗਣਾ ਮੁੱਕ ਜਾਂਦਾ ਹੈ। ਅੱਗੇ ਮਹਾਰਾਜ ਮੜੀਆਂ ਤੋਂ ਅੱਗੇ ਦੇ ਪੈਂਡੇ ਬਾਬਤ ਜ਼ਿਕਰ ਕਰਦੇ ਨੇ। ਜਿਹੇ ਮਾਰਗ ਇਹੋ ਜਾਤ ਅਕੇਲਾ। ਦੇਖੋ ਇਸ ਸੰਸਾਰ ਸਾਗਰ ਦੇ ਵਿੱਚ ਸਾਡੇ ਪਾਸ ਸਾਡੇ ਪਰਿਵਾਰ ਦੇ ਜੀਵ ਹੁੰਦੇ ਨੇ, ਸੰਗੀ ਸਾਥੀ ਹੁੰਦੇ ਨੇ, ਬੜੇ ਗੁਜ਼ਾਰੇ ਦੇ ਸਾਧਨ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਕਰਕੇ ਸਾਡਾ ਮਨ ਪਰਚਿਆ ਰਹਿੰਦਾ ਹੈ। ਕਹਿੰਦੇ ਜਦੋਂ ਮੜੀਆਂ ਤੋਂ ਅੱਗੇ ਸੂਖਸ਼ਮ ਸਰੀਰ ਨੂੰ ਚੱਲਣਾ ਪਿਆ, ਉਸ ਰਸਤੇ ਤੇ ਤੇਰਾ ਕੋਈ ਸੰਗੀ ਸਾਥੀ ਨਹੀਂ ਹੋਵੇਗਾ। ਮਾਤਾ ਪਿਤਾ ਭਾਈ ਪੁੱਤਰ ਸਾਗ ਸੰਬੰਧੀ, ਇਹ ਦੁਨਿਆਵੀ ਪਦਾਰਥ, ਪੈਸਾ ਮਾਇਆ, ਇਹ ਮੜੀਆਂ ਤੋਂ ਇੱਧਰ ਦੀ ਦੁਨੀਆ ਹੈ। ਅੱਗੇ ਮਹਾਰਾਜ ਗੁਰਬਾਣੀ ਵਿੱਚ ਕਈ ਜਗ੍ਹਾ ਸਮਝਾਉਂਦੇ ਨੇ ਜਿਹੇ ਮਾਰਗ ਇਹੋ ਜਾਤ ਅਕੇਲਾ, ਪੁਰ ਸਲਾਤ ਕਾ ਪੰਥ ਦੁਹੇਲਾ। ਕਹਿੰਦੇ ਉਹ ਜਿਹੜਾ ਪੈਂਡਾ ਹੈ, ਉਹ ਜਿਹੜਾ ਪੰਧ ਹੈ, ਮਹਾਰਾਜ ਕਹਿੰਦੇ ਉਹ ਬੜਾ ਕਠਿਨ ਹੈ, ਉਸ ਨੂੰ ਸਰ ਕਰਨਾ ਬੜੀ ਮੁਸ਼ਕਲ ਹੈ। ਸਲਾਤਲ ਮੁਸਤਕੀਮ ਦਾ ਸਰ ਕਰਨਾ, ਉਸ ਪੈਂਡੇ ਨੂੰ ਇਕੱਲਿਆਂ ਤੈਅ ਕਰਨਾ ਬੜੇ ਜਮ ਦੁੱਖ ਦਿੰਦੇ ਨੇ। ਬੜਾ ਤਪਾਇਆ ਜਾਂਦਾ ਹੈ, ਖਪਾਇਆ ਜਾਂਦਾ ਹੈ, ਸਜ਼ਾਵਾਂ ਮਿਲਦੀਆਂ ਨੇ। ਸੰਗ ਨਾ ਸਾਥੀ ਗਵਨ ਅਕੇਲਾ। ਮਹਾਰਾਜ ਕਹਿੰਦੇ ਉਸ ਰਸਤੇ ਤੇ ਇਕੱਲਿਆਂ ਹੀ ਚੱਲਣਾ ਪੈਂਦਾ ਹੈ। ਤਿੱਥੈ ਅਵਰਨਾ ਕੋਈ ਜੀਓ ਅਕੇਲਾ। ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਜਾ ਹੈ ਮਨਮੁਖ ਤਾਈ ਹੈ। ਮਹਾਰਾਜ ਕਹਿੰਦੇ ਅੱਗ ਵਿੱਚ ਜਲਾਇਆ ਜਾਂਦਾ ਹੈ, ਦੁੱਖ ਦਿੱਤੇ ਜਾਂਦੇ ਨੇ। ਫਿਰ ਪੁੱਛੋ ਮਹਾਰਾਜ ਐਸੇ ਕਠਿਨ ਰਸਤੇ ਤੇ, ਐਸੇ
दुखां लदे रस्ते ते सहायता कौन कर सकता है। गुरु अर्जन साहिब कहंदे तह हर नाम संग होत सुहेला। सुहेले दा भाव है सहल, सुगम, बड़ा आसान। कहंदे ये परलोक तक दा जेड़ा पैंडा है, जे सुहेला करना है, सौखा गुजारना है, दुखां तो बचना है, तो परमात्मा दा नाम साथी चुन। बाणी पढ़िया कर इहा खाट चलहो हर लाहा आगे बसन सुहेला। जिन्हें नाम दी कमाई कीती, नाम दा धन ही कबरां तो अगे काम आउंदा है। दुनियावी धन कबरां तो पिछे रह जाता है। सो जिन्हें नाम जपिया उन्हां दा लोक परलोक सौरिया है। ऐसा नाम मन सदा ध्याइया। सो हे मन, परमात्मा दा जो ऐसा सुख प्रदान करने वाला नाम है, श्वासां दे नाल ध्याया कर। नानक गुरमुख परमगत पाइया। जिन्ने नाम ध्याया है, गुरु दी शरण जाके उस गुरमुख ने परम गत पाउणी कीती है, परम पदवी पाउणी कीती है। संतां महापुरुषां गुरमुखां वाली बुलंद हस्ती ते पहुंचिया है, नजात हासिल कीती है, रोगां सोगां तो मुक्त होया है। जिवें महाराज गुरु ग्रंथ साहिब विच आउंदा है, बाणी गुर गाई परमगत पाई पंच मिले सोहाया। जिन्हां ने परमात्मा दे गीत गाए ने उन्हां नूं परमगत प्राप्त हुई, परम पदवी प्राप्त हुई, उन्हां दा लोक परलोक विच अदब होया। सतगुर ते हम गत पत पाई, हर नाम ध्याया दुख सगल मिटाई। गुरु दी शरण जाके परमात्मा दा नाम जपिया, गत भी मिली, मुक्ति भी मिली रोगां सोगां तो, 84 लाख जूना तो, और पत वडियाई भी दुनिया ते प्रगट होई, दुख भी नाम करके मिट गए। सो गुरु अर्जन साहिब कहंदे ने गुरमुखां नूं परम पद मिलदा है, मुक्ति मिलदी है, गुरमुखां दी वडियाई रहिंदी है, क्योंकि परमात्मा दे गीत गाउंदे ने। सो दास इत्थे सुखमणी दी पावन बाणी दी विचार नूं संकोचदा है। और अज जो श्री गुरु तेग बहादुर साहिब सच्चे पातशाह दा प्रकाश पुरब है, आओ गुरु साहिब दे इतिहास नाल जुड़ के अपना जीवन सफला करिए। गुरु ग्रंथ साहिब सच्चे पातशाह कहंदे ने गुरु नानक देव गोविंद रूप। गुरु नानक साहिब परमात्मा दा स्वरूप प्रगट होए। इस जोत ने 10 शरीर बदले ने। जिवें कोई राजा राज महल विच लिबास होर पाउंदा है, मजलिस विच ओहदा लिबास होर होवेगा, राज दरबार दे विच कोई होर लिबास, शिकार ते चढ़ेगा कोई होर लिबास, आराम फरामोश होवेगा कोई होर लिबास। इउं परमात्मा दी अगम्मी जोत ने लिबास बदले, जिन्हां विचों 10वां लिबास गुरु गोबिंद सिंह है। दरम्यान 10 पातशाहियां दे दीन दुनिया दे मालक 9वें अकाल पुरख दे सरगुण स्वरूप गुरु तेग बहादुर साहिब ने। गुरु गोबिंद सिंह पातशाह तो भाई नंद लाल जी आदिक सिखां ने पुछया, जी तुहाडे 10 विच कोई फर्क है? महाराज कहंदे नहीं, फारसी दे बोल ने हमू हस्त तेग बहादुर गुरु के गोबिंद सिंह आमद अज नूरे ऊ। हर गोबिंद प्रभ लोक सिधारे, हरि राय तेह ठां बैठारे। हरि कृष्ण तिन के सुत वये, तिन ते तेग बहादुर भये। कोई फर्क नहीं है कहंदे साढ़े 10 दरम्यान। मैं ही महाराज कहंदे निर्गुण अकाल हाँ, मैं ही गुरु नानक गुरु तेग बहादुर गुरु गोबिंद सिंह शब्दावतार हाँ, मैं ही समुची लोकाई विच समाया होया हाँ। गुर परमेश्वर एको जान। गुरु ग्रंथ साहिब कहंदे ने 10 विच कोई फर्क नहीं, जोत ओहा जुगत साए सहकाया फेर पलटी है। चुलै सो छत निरंजनी मल तख्त बैठा गुर हटी है।
दसां दे विच जोत एक ही है। ऐसे नौवें गुरु नानक गुरु तेग बहादुर साहिब का प्रकाश 1678 बिक्रमी वैसाख वधी पंचवी नूं श्री अमृतसर साहिब विखे गुरु के महलां विच हुंदा है। माता नानकी जी दे पावन हिरदे विच अगमी जोत प्रकाशवान होई। महाराज प्रगट होए ने। धन श्री गुरु हरगोबिंद साहिब छठम पीर बैठा गुर भारी दे ग्रह विखे पंजवां साहिबजादा प्रगट होया है। महाराज आसा दी वार सरवण कर रहे ने हरमंदर साहिब। सुनिया मिल गया महाराज साहिबजादा प्रगट होया है। बालक जन्म्यो भयो आनंद रखबे हित जग बीरज हिंद। कवि संतोख सिंह गुरप्रताप सूरज ग्रंथ विच कहंदे ने इंसानियत दा हिंद धर्म दा बीज रखण वाला बालक प्रगट होया। गुरु हरगोबिंद साहिब ने यह खबर अडोल बैठिया सुनी है। इथे ध्यान दिओ, जे दुनियावी इंसान गुरु घर बैठा होवे, सत संगत विच बैठा होवे, कन विच कोई फूक मार देवे भी तेरे घर काका पैदा होया है, ते दौड़ उठदा। आसा दी वार कल नूं सुन लवांगे, काके रोज रोज नहीं जमदे। गुरु हरगोबिंद साहिब दुनियावी इंसान नहीं। बाणी कहती है सुख दुख जिहे परसै नहीं, लोभ मोह अभिमान कहो नानक सुन रे मना सो मूरत। भगवान सुख दुख तो उपराम हस्ती है गुरां दी। ना आए दी खुशी ते ना गए दा गम, सदा आनंद विच रहण वाले ने। होर भगवान की है, होर रब किस नूं कहंदे हो? जो दुख सुख तो रहत है। महाराज ने यह बचन सुन लिया है। आसा दी वार दी समाप्ति हुई है। संगत नूं कथा सरवण करवाई, पातशाह ने उपदेश दिता, झोलियां भर के संगत नूं विदा करके हरमंदर साहिब तो उठे ने। गुरु के महलां विच गए। बाबा विधि चंद आदिक सिख नाल ने। जांदियां ही गुरु हरगोबिंद साहिब ने इस बालक नूं वंदना कर दिती, मत्था टेक दिता। इथे इतिहास विच बोल दर्ज ने, तब गुरु सिस को बंदन कीनी सो अत हित लाए। महाराज कहंदे ने, ऐ प्यारे सिखो, चलो गुरु के महलां विच पहुंचना है। बालक दा आगाज होया है, आशीर्वाद देना है। पर जदों सन्मुख होए ते मत्था टेक दिता। कवि जी लिखते ने, तब गुरु सिस को वंदना करी सो अत हित लाए। विदिया कहे कस बिनत की कहो सो हित चित लाए। महाराज मैनू ये समझाओ, बालक दे अगे बाप सिर नहीं झुकाउंदा, बाप दे अगे बालक सिर झुकाउंदे ने। ये तुसीं जो कर्म कीता है महाराज, इहदा कारण की है? 3 लफ्ज इस बालक दी वडियाई विच गुरु हरगोबिंद साहिब ने कहे ने, त्रिदंड आखंड महाप्रचंड। त्रिदंड दा भाव है कुकर्मियां नूं, बद फैलियां करन वालियां नूं, दुराचारियां नूं, विकारां नूं दंडित करेगा, खुरा खोज मिटावेगा। आखंड इहदा भाव है कितनी चाहे मुसीबत आ जावे, अखंड रहणगे, अडोल रहणगे। ये चलाएमान नहीं हुंदे, ये डोलदे नहीं, ये अडिग ने, अटाए ने। जिवें गुरु ग्रंथ साहिब दे बोल ने, जोग जुगत ज्ञान भुगत सुरत शब्द तत् बेते जप तप अखंडली। इन्हां दी समाधि अखंड होवेगी, अखंड चौंकड़ा ला के विराजमान होणगे। ये मुसीबत विच कदे भी डोलणगे नहीं। तीसरा लफ्ज है महाप्रचंड। ये किधरे भी गुप्त हो जान, छिप जान,
ਸੱਤਾਂ ਤਾਲਿਆਂ ਦੇ ਵਿੱਚ ਇਹਨਾਂ ਨੂੰ ਬੰਦ ਕਰ ਦਿਓ। ਇਹਨਾਂ ਦੀ ਅਜ਼ਮਤ, ਵਡਿਆਈ, ਬਰਕਤ ਐਸੀ ਹੈ, ਇਹ ਦੁਨੀਆ ਤੇ ਸੂਰਜ ਨਾਲੋਂ ਵੱਧ ਕੇ ਪ੍ਰਗਟ ਰਹਿਣਗੇ। ਪ੍ਰਚੰਡ ਇਹਨਾਂ ਦਾ ਪ੍ਰਕਾਸ਼ ਹੋਵੇਗਾ। ਜਿਵੇਂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਜੋਤ ਬਾਬਤ ਕਹਿੰਦੇ ਨੇ, ਬਲਿਓ ਚਰਾਗ ਅੰਧਾਰ ਮਹਿ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ ਅਕਾਲ ਪੁਰਖ ਦੀ ਅਗੰਮੀ ਜੋਤ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਦਾ ਪ੍ਰਗਟ ਨੇ। ਭਾਈ ਬਿਧੀ ਚੰਦ ਜੀ, ਮੈਂ ਇਸ ਬਾਲਕ ਅੱਗੇ ਸੀਸ ਇਸ ਲਈ ਨਿਵਾਇਆ ਹੈ, ਇਸ ਬਾਲਕ ਦੇ ਰੋਮ ਰੋਮ ਵਿੱਚ ਵੈਰਾਗ ਹੈ। ਇਹ ਬੜਾ ਸੂਰਬੀਰ ਹੋਵੇਗਾ, ਇਹ ਧਰਮ ਰੱਖਿਅਕ ਹੋਵੇਗਾ ਔਰ ਗੁਰੂ ਨਾਨਕ ਦੇ ਤਖਤ ਦਾ ਵਾਰਸ ਹੋਵੇਗਾ। ਇਸ ਕਰਕੇ ਸਜਦਾ ਕੀਤਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਕੌਤਕ ਵਰਤਾਇਆ। ਮਹਾਰਾਜ ਨਾਮਕਰਨ ਕਰਨ ਲੱਗੇ ਨੇ। ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਸ਼੍ਰੀ ਗੁਰੂ ਤਬ ਹਿਰਦੈ ਵਿਚਾਰਾ, ਇਸਕੇ ਉਪਜਹਿ ਬਲੀ ਉਧਾਰਾ, ਰਣ ਬਹਾਦਰੀ ਕਰਹਿ ਵਡੇਰੀ, ਇਹ ਨਿਰਭੈ ਜਰ ਤੁਰਕ ਅਖੇਰੀ, ਸੁਤ ਬਹਾਦਰੀ ਤੇਗ ਕਰੇ ਹੈ, ਛਤਰ ਬ੍ਰਿੰਦ ਕੋ ਜੰਗ ਖਪੇ ਹੈ, ਜਾਂ ਤੇ ਤੇਗ ਬਹਾਦਰ ਨਾਮ ਧਰਿਓ ਵਿਚਾਰ ਗੁਰੂ ਅਬਿਰਹਾਮ। ਕਹਿੰਦੇ ਇਹ ਮੈਦਾਨੇ ਜੰਗ ਵਿੱਚ ਬੜੀ ਬਹਾਦਰੀ ਨਾਲ ਤੇਗ ਚਲਾਉਣਗੇ। ਆਉਣ ਵਾਲਾ ਸਮਾਂ ਮਹਾਰਾਜ ਜਾਣਦੇ ਨੇ, ਇਹਨਾਂ ਦੇ ਫਰਜ਼ੰਦ ਤਲਵਾਰ ਦੇ ਨਾਲ ਜ਼ੁਲਮ ਕਰਨ ਵਾਲਿਆਂ ਦੀਆਂ ਜੜ੍ਹਾਂ ਪੁੱਟ ਦੇਣਗੇ। ਸੋ ਇਹਨਾਂ ਦਾ ਨਾਮ ਅਸੀਂ ਤੇਗ ਬਹਾਦਰ ਰੱਖਦੇ ਹਾਂ। ਦੇਖੋ, ਸਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ, ਪਿੱਛੇ ਕੀ ਹੋਇਆ ਹੈ। ਕੌਣ ਜਾਣਦਾ ਹੈ ਜਨਮਾਂ ਜਨਮੰਤਰਾਂ ਦੀ ਖੇਡ ਨੂੰ। ਜੋ ਕੱਲ ਹੋਇਆ ਅਸੀਂ ਉਹ ਵੀ ਕਈ ਵਾਰ ਭੁੱਲ ਜਾਂਦੇ ਆ। ਸਾਡੀ ਸੁਰਤ ਕੁਝ ਐਸਾ ਦੀ ਹੈ, ਇਦਾਂ ਦੀ ਸੁਰਤੀ ਹੈ ਸਾਡੀ। ਪਰ ਜਿਹੜੀ ਮਹਾਰਾਜ ਦੀ ਅਜ਼ਮਤ ਹੈ, ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ, ਉਹ ਚੌਹਾਂ ਯੁੱਗਾਂ ਵਿੱਚ ਨਿਰਗੁਣ ਸਰੂਪ ਅਕਾਲ ਪੁਰਖ ਦੇ ਤੌਰ ਤੇ ਪ੍ਰਗਟ ਨੇ। ਉਹ ਜਾਣਦੇ ਨੇ ਪਿੱਛੇ ਕੀ ਹੋਇਆ, ਅਗਾਂਹ ਕੀ ਹੋਣਾ ਹੈ। ਖੈਰ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 12 ਕੁ ਵਰੇ ਦੀ ਉਮਰ ਹੋਈ। 1699 ਬਿਕਰਮੀ ਸੰਮਤ ਫੱਗਣ ਦਾ ਮਹੀਨਾ ਹੈ। ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਗੁਜਰੀ ਦੇ ਨਾਲ ਕੀਤਾ ਗਿਆ, ਜੋ ਪਿਤਾ ਲਾਲ ਚੰਦ ਮਾਤਾ ਬਿਸ਼ਨ ਕੌਰ ਦੀ ਸੁਪੁੱਤਰੀ ਹੈ। ਪਿੰਡ ਕਰਤਾਰਪੁਰ ਦੇ ਰਹਿਣ ਵਾਲੇ ਨੇ। ਵੇਖੋ, ਹਰ ਮਾਈ ਦਾ ਇਹ ਸੁਪਨਾ ਹੁੰਦਾ ਹੈ ਰੱਬ ਵਰਗਾ ਪਤੀ ਮਿਲੇ। ਤੋ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਨਾ, ਯਾਰ ਵੇ ਨਿਤ ਸੁਖ ਸੁਖੇਂਦੀ, ਸਾਮੈ ਪਾਈ ਵਰ ਲੋੜੀਂਦਾ ਆਇਆ ਵਜੀ ਵਧਾਈ। ਜਦੋਂ ਮਨ ਇਛਿਤ ਵਰ ਮਿਲ ਜਾਵੇ ਫਿਰ ਬੜੀ ਖੇੜੇ ਵਿੱਚ ਰਹਿੰਦੀ ਹੈ ਇਸਤਰੀ। ਰੱਬ ਵਰਗਾ ਪਤੀ ਇਸਤਰੀਆਂ ਲੋਚਦੀਆਂ ਨੇ। ਭਾਗ ਵੇਖੋ ਮਾਤਾ ਗੁਜਰੀ ਦੇ ਕਿਤਨੇ ਮਹਾਨ ਨੇ। ਰੱਬ ਵਰਗਾ ਪਤੀ ਨਹੀਂ, ਰੱਬ ਹੀ ਪਤੀ ਦੇ ਰੂਪ ਵਿੱਚ ਮਿਲ ਗਿਆ ਹੈ। ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਭੇਵ, ਗੁਰੂ ਹੀ ਪਰਮੇਸ਼ਵਰ ਹੈ। ਖੈਰ, ਹਜੇ 14 ਕੁ ਵਰਿਆਂ ਦੀ ਉਮਰ ਹੁੰਦੀ ਹੈ। 1691 ਬਿਕਰਮੀ ਸੰਮਤ ਦੀ ਬਾਤ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੁਗਲਿਆ ਸਲਤਨਤ ਨਾਲ ਟਕਰਾ ਜਾਂਦੇ ਨੇ। ਕਾਰਨ ਕੀ ਹੈ? ਦਿੱਲੀ ਦਾ ਤਖਤ ਭਾਰਤ ਵਰਸ਼ ਤੇ ਮਜ਼ਲੂਮ ਤੇ ਜ਼ੁਲਮ ਕਰਦਾ ਹੈ। ਗੁਰੂ ਨਾਨਕ ਦਾ ਘਰ ਇਹਨਾਂ ਨੂੰ ਇਸ ਪਾਪ ਤੋਂ ਵਰਜਦਾ ਹੈ। ਇਹ ਹੁਕਮਰਾਨ ਆਪਣੀ ਕਰਨੀ ਵਿੱਚ ਦਖਲ ਸਮਝ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾ ਕਰਦੇ ਨੇ। ਕਰਤਾਰਪੁਰ ਘਮਸਾਨ ਦਾ ਯੁੱਧ ਹੁੰਦਾ ਹੈ। ਲੱਖ ਦੇ ਇਰਦ ਗਿਰਦ ਫੌਜਾਂ ਦਿੱਲੀ ਪਤ ਸ਼ਾਹਜਹਾਨ ਦੀਆਂ ਨੇ। 2 ਤੋਂ 3 ਹਜ਼ਾਰ ਸੂਰਮਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਹੈ। ਪੈਂਦੇ ਖਾਂ ਕਾਲੇ ਖਾਂ ਮੁੱਖ ਜਰਨੈਲ ਨੇ ਦਿੱਲੀ ਦੀਆਂ ਫੌਜਾਂ ਦੇ। 14 ਵਰਿਆਂ ਦੇ ਤੇਗ ਲੈ ਕੇ ਗੁਰੂ ਤੇਗ ਬਹਾਦਰ ਮੈਦਾਨੇ ਜੰਗ ਵਿੱਚ ਐਸਾ ਘਮਸਾਨ ਦਾ ਯੁੱਧ ਲੜਦੇ ਨੇ। ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਸ਼੍ਰੀ ਤੇਗ ਬਹਾਦਰ ਫਿਰਤ ਮਾਹੇ ਬਰਜੰਤ ਬਹੁਤ ਕਰ ਹੜਤ ਨਾਹੇ। ਬੜਾ ਘਮਸਾਨ ਦਾ ਯੁੱਧ ਪਾਤਸ਼ਾਹ ਲੜਦੇ ਨੇ। ਅਟਾਰੀ ਮਹਿਲਾਂ ਦੀ ਤੇ ਮਾਤਾ ਨਾਨਕੀ ਮਾਤਾ ਗੁਜਰੀ
ਇਹ ਮੈਦਾਨੇ ਜੰਗ ਨੂੰ ਦੇਖ ਰਹੇ ਸਨ। ਜਦੋਂ ਹਜ਼ਾਰਾਂ ਦੇ ਆਹੂ ਬਾਬਾ ਤੇਗ ਬਹਾਦਰ ਨੇ ਲਾ ਦਿੱਤੇ, ਮਾਤਾ ਨਾਨਕੀ ਜੀ ਨੇ ਇੱਕ ਸੁਨੇਹਾ ਕਾਸਿਦ ਦੇ ਹੱਥ ਭੇਜਿਆ, ਦੁਸ਼ਮਣਾਂ ਨੂੰ ਚੀਰ ਕੇ ਮੇਰੇ ਫਰਜ਼ੰਦ ਕੋਲ ਜਾ ਔਰ ਜਾ ਕੇ ਇਹ ਬੇਨਤੀ ਕਰ, ਸ਼ਰੀਰ ਹਜੇ ਤੁਹਾਡਾ ਗਾਂਡੀਵ ਜਵਾਨ ਨਹੀਂ ਹੋਇਆ, 14 ਵਰਿਆਂ ਦੀ ਉਮਰ ਕੀ ਹੈ, ਬਚਪਨ ਤੇ ਜਵਾਨੀ ਦੇ ਦਰਮਿਆਨ ਤੁਸੀਂ ਹੋ, ਸੋ ਤੁਸੀਂ ਮੈਦਾਨੇ ਜੰਗ ਵਿੱਚ ਹਜ਼ਾਰਾਂ ਦੇ ਆਹੂ ਲਾ ਦਿੱਤੇ ਨੇ, ਹੁਣ ਵਾਪਸ ਆ ਜਾਓ, ਤੁਹਾਡੇ ਪਿਤਾ ਨੇ ਜੰਗ ਜਿੱਤ ਹੀ ਲੈਣਾ ਹੈ। ਕਾਸਿਦ ਦੁਸ਼ਮਣਾਂ ਨੂੰ ਚੀਰ ਕੇ ਗੁਰਾਂ ਕੋਲ ਪਹੁੰਚ ਕੇ ਬੇਨਤੀ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਤਾ ਨੂੰ ਆਖ ਦਿਓ, ਮੈਦਾਨੇ ਜੰਗ ਚੋਂ ਸੂਰੇ ਜਾਂ ਤਾਂ ਜੰਗ ਜਿੱਤ ਕੇ ਪਰਤਦੇ ਨੇ ਤੇ ਜਾਂ ਦੁਸ਼ਮਣ ਦੀਆਂ ਬਾਹਾਂ ਖੜੀਆਂ ਕਰਵਾ ਕੇ ਪਰਤਦੇ ਨੇ। ਜਿੰਦੇ ਸੂਰਮੇ ਜੰਗ ਨੂੰ ਵਿੱਚ ਛੱਡ ਕੇ ਕਦੇ ਪਰਤਿਆ ਨਹੀਂ ਕਰਦੇ। ਬਾਣੀ ਦਾ ਫਰਮਾਨ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਅਖੀਰ ਜੰਗ ਜਿੱਤੀ ਗਈ ਹੈ। ਬੜੀ ਮਹਾਨ ਸੂਰਬੀਰਤਾ ਨਾਲ ਗੁਰੂ ਤੇਗ ਬਹਾਦਰ ਲੜੇ। ਖੇੜੇ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ, ਤੁਹਾਡਾ ਨਾਮਕਰਨ ਆਉਣ ਵਾਲਾ ਸਮਾਂ ਜਾਣ ਕੇ ਹੀ ਕੀਤਾ ਸੀ, ਅੱਜ ਨਾਮ ਤੇ ਖਰੇ ਉਤਰੇ ਹੋ, ਤੁਹਾਡੇ ਵਰਗੀ ਤੇਗ ਦੁਨੀਆ ਤੇ ਕੋਈ ਚਲਾ ਨਹੀਂ ਸਕਦਾ। ਖੈਰ ਸਮਾਂ ਆਇਆ, ਮਹਾਰਾਜ ਪਰਿਵਾਰ ਨੂੰ ਲੈ ਕੇ ਕੀਰਤਪੁਰ ਸਾਹਿਬ ਵੱਲ ਚਲੇ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪੰਜ ਭੂਤਕ ਸਰੀਰ ਤਿਆਗਣ ਲੱਗੇ ਨੇ। ਆਪਣੀ ਅਗੰਮੀ ਜੋਤ ਸ਼੍ਰੀ ਹਰਿਰਾਏ ਸਾਹਿਬ ਵਿੱਚ ਟਿਕਾ ਦਿੱਤੀ। 7ਵੇਂ ਗੁਰੂ ਨਾਨਕ ਪ੍ਰਗਟ ਕਰ ਦਿੱਤੇ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਲਾਣੇ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਦੇ ਨਾਲ ਬਾਬਾ ਬਕਾਲਾ ਸਾਹਿਬ ਜੋ ਅੱਜ ਕੱਲ ਨਗਰ ਪ੍ਰਚਲਿਤ ਹੈ, ਉੱਥੇ ਜਾ ਕੇ ਟਿਕ ਜਾਂਦੇ ਨੇ। ਮਹਾਰਾਜ ਦੇ ਇਹ ਨਾਨਕੇ ਸਨ। ਸਮਾਂ ਆਇਆ, ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ 8ਵੇਂ ਗੁਰੂ ਨਾਨਕ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਪ੍ਰਗਟ ਕਰ ਦਿੱਤਾ। ਗੁਰੂ ਹਰਿਰਾਏ ਸਾਹਿਬ ਚਲਾਣਾ ਕਰ ਗਏ। ਗੁਰੂ ਹਰਕ੍ਰਿਸ਼ਨ ਸਾਹਿਬ ਲੋਕਾਈ ਦੇ ਦੁੱਖ ਸੁੱਖ ਹਰ ਰਹੇ ਨੇ, ਰੋਗ ਸੋਗ ਮਿਟਾ ਰਹੇ ਨੇ। ਦਿੱਲੀ ਵਿੱਚ ਪ੍ਰਗਟ ਸਨ। ਬਚਪਨੇ ਵਿੱਚ ਹੀ ਪੰਜ ਭੂਤਕ ਚੋਲਾ ਤਿਆਗਣ ਲੱਗੇ ਨੇ। ਸਿੱਖ ਸੰਗਤ ਨੇ ਪੁੱਛਿਆ, ਗੁਰੂ ਨਾਨਕ ਦੇ ਘਰ ਦਾ ਵਾਰਸ ਕੌਣ ਹੋਵੇਗਾ? 9ਵਾਂ ਗੁਰੂ ਨਾਨਕ ਕਿਸ ਨੂੰ ਪ੍ਰਗਟ ਕਰਦੇ ਹੋ? ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੋਲੇ ਸਭਨ ਸੁਨਾਏ ਵਿਸਾਲੇ, ਬਾਸਹਿ ਬਾਬਾ ਬੀਚ ਬਕਾਲੇ। ਮਹਾਰਾਜ ਨੇ ਪ੍ਰਗਟ ਹੋ ਕੇ ਇਹ ਬਚਨ ਕੀਤਾ ਹੈ, ਬਾਬਾ ਬਕਾਲੇ ਦੇ ਵਿੱਚ ਰਹਿੰਦਾ ਹੈ, ਭਾਵ 9ਵਾਂ ਗੁਰੂ ਨਾਨਕ ਉੱਥੇ ਮੌਜੂਦ ਹੈ। ਹੁਣ ਨਾਮ ਮਹਾਰਾਜ ਨੇ ਗਲੂਏ ਤੋਂ ਪ੍ਰਗਟ ਨਾ ਕੀਤਾ। ਜਿੰਨੇ ਵੀ ਸੋਢੀ ਵੰਸ਼ ਦੇ ਸ਼ਹਿਜ਼ਾਦੇ ਨੇ, ਸਾਰਿਆਂ ਨੇ ਮੰਜੀਆਂ ਢਾ ਲਈਆਂ ਬਕਾਲੇ ਪਿੰਡ, ਸਾਰੇ ਗੁਰੂ ਬਣ ਕੇ ਬਹਿ ਗਏ। ਔਰ ਹੰਕਾਰ ਮਾਣ ਧੀਰਮਲ ਆਦਿਕਾਂ ਨੂੰ ਇਹ ਵੀ ਹੈ ਵੀ ਉਹਨਾਂ ਦੇ ਕੋਲ ਸ਼੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਹੈ, ਜੋ ਭਾਈ ਗੁਰਦਾਸ ਕੋਲੋਂ 1660 ਬਿਕਰਮੀ ਸੰਮਤ ਵਿੱਚ ਰਾਮਸਰ ਦੇ ਕੰਢੇ ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਨੇ ਲਿਖਵਾਈ ਸੀ। ਕਹਿੰਦੇ ਬੀੜ ਸਾਡੇ ਕੋਲ ਹੈ, ਪੂਜਾ ਸਾਡੀ ਹੋਵੇਗੀ। ਇਹ ਅਹੰਕਾਰ ਵਿੱਚ ਮਤੇ ਹੋਏ ਸੋਢੀ ਸਾਰੇ ਹੀ ਗੁਰੂ ਬਣ ਬੈਠੇ। 22 ਮੰਜੀਆਂ ਉੱਥੇ ਪ੍ਰਗਟ ਸਨ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਹੀ ਆਪਣੇ ਆਪ ਨੂੰ ਗੁਰੂ ਨਾਨਕ ਦੇ ਘਰ ਦਾ ਵਾਰਸ ਅਖਵਾਉਣ ਲੱਗ ਪਏ। ਲੋਕਾਈ ਪੂਜਾ ਕਰੀ ਗਈ, ਕਿਉਂਕਿ ਕਈ ਵਾਰ ਤੁਸੀਂ ਵੇਖਿਆ ਹੈ ਕਾਗਜ਼ ਦੇ ਗੁਲਦਸਤੇ ਦੇ ਇਰਦ ਗਿਰਦ ਵੀ ਮੱਖੀਆਂ ਮੰਡਰਾਉਣ ਲੱਗ ਪੈਂਦੀਆਂ ਨੇ, ਪਰ ਕਿੰਨਾ ਚਿਰ ਮੰਡਰਾਉਣਗੀਆਂ, ਖੁਸ਼ਬੋਈ ਨਹੀਂ ਮਿਲਦੀ। ਅਖੀਰ ਗੁਲਾਬ ਦੇ ਫੁੱਲ ਤਾਈਂ ਪਹੁੰਚਣਾ ਪੈਂਦਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਭੋਰੇ ਵਿੱਚ ਬੈਠੇ ਨੇ। ਇੱਕ ਮਹਾਪੁਰਸ਼, ਬੜਾ ਵੱਡਾ ਵਪਾਰੀ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ ਹੈ। ਬੜਾ ਇਹਨਾਂ ਦਾ ਜਿਹੜਾ ਵਪਾਰ ਸੀ ਉਹ ਫੈਲਿਆ ਹੋਇਆ ਸੀ। ਇਤਿਹਾਸ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਵੀ ਤਕਰੀਬਨ
ਹਜ਼ਾਰਾਂ ਹੀ ਬੈਲ ਗੱਡੇ ਇਹਦੇ ਰਸਤ ਦਾ ਵਪਾਰ ਕਰਦੇ ਸਨ ਔਰ ਸੈਂਕੜੇ ਹੀ ਬੇੜੇ ਇਸ ਵਪਾਰੀ ਦੇ ਸਾਗਰ ਵਿੱਚ ਤੈਰਦੇ ਸਨ। ਸੋ ਇਹ ਆ ਕੇ ਦੇਖਦਾ ਹੈ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਵਾਰਸ ਦੇ ਦੀਦਾਰੇ ਕਰਨੇ ਨੇ, ਪਰ ਇੱਥੇ 22 ਗੁਰੂ ਬਣੇ ਬੈਠੇ ਨੇ। 2-2 4-4 ਮੋਹਰਾਂ ਸੋਨੇ ਦੀਆਂ ਸਾਰਿਆਂ ਅੱਗੇ ਰੱਖ ਕੇ ਮੱਥਾ ਟੇਕਿਆ, ਪਰ ਮਨ ਨੂੰ ਤਸੱਲੀ ਨਾ ਹੋਈ, ਮਨ ਦੀ ਮੁਰਾਦ ਪੂਰੀ ਨਾ ਹੋਈ। ਅਖੀਰ ਬਾਜ਼ਾਰ ਵਿੱਚੋਂ ਪੁੱਛਦਾ ਹੈ ਵੀ ਕੋਈ ਹੋਰ ਸੋਢੀ ਕੁਲ ਦਾ ਮਹਾਪੁਰਸ਼ ਬਕਾਲੇ ਅੰਦਰ ਮੌਜੂਦ ਹੈ? ਤੋ ਲੋਕ ਟੀਚਰ ਕਰਦੇ ਨੇ ਵੀ ਅੱਗੇ 22 ਥੋੜੇ ਨੇ, ਤੈਨੂੰ ਹੁਣ 23ਵਾਂ ਗੁਰੂ ਚਾਹੀਦਾ ਹੈ। ਕਹਿੰਦੇ ਨਹੀਂ, ਇਹ ਕੱਚ ਦੇ ਟੁਕੜੇ ਨੇ, ਮੈਂ ਹੀਰੇ ਦੀ ਖੋਜ ਵਿੱਚ ਆਇਆ ਹਾਂ। ਪਾਰਖੂ ਨੂੰ ਸਮਝ ਹੁੰਦੀ ਹੈ ਹੀਰੇ ਤੇ ਕੱਚ ਵਿਚਲਾ ਭੇਦ ਕੀ ਹੈ। ਅਣਜਾਣ ਬੰਦੇ ਦੇ ਸਾਵੇਂ ਤੁਸੀਂ ਕੱਚ ਤਰਾਸ਼ ਕੇ ਰੱਖ ਦਿਓ, ਭੁਲੇਖਾ ਖਾ ਜਾਂਦਾ ਹੈ। ਇੱਕ ਬਾਜ਼ਾਰ ਦੇ ਵਿੱਚ ਮੁਸ਼ੱਕਤ ਘਾਲਣ ਵਾਲਾ ਦੁਕਾਨਦਾਰ ਕਹਿੰਦਾ ਹੈ, ਭਾਈ ਜੀ ਫਿਰ ਇੱਕ ਸੋਢੀ ਵੰਸ਼ ਦਾ ਫਰਜ਼ੰਦ ਭੋਰੇ ਵਿੱਚ ਬੈਠਾ ਰਹਿੰਦਾ ਹੈ। ਲੋਕਾਈ ਉਸ ਨੂੰ ਪਾਗਲ ਸਮਝਦੀ ਹੈ ਕਿਉਂਕਿ ਕਿਸੇ ਦੇ ਮੱਥੇ ਨਹੀਂ ਲੱਗਦਾ, ਸੰਸਾਰ ਨਾਲੋਂ ਟੁੱਟਿਆ ਹੈ। ਕਹਿੰਦੇ ਨੇ ਨਿਰੰਕਾਰ ਦੇ ਨਾਲ ਜੁੜਿਆ ਰਹਿੰਦਾ ਹੈ। ਲੋਕਾਂ ਦਾ ਇਹ ਸੁਭਾਅ ਹੈ, ਜੋ ਪ੍ਰਮਾਤਮਾ ਨਾਲ ਜੁੜ ਗਏ, ਨਿਰੰਕਾਰ ਨਾਲ ਜੁੜੇ, ਉਹਨਾਂ ਨੂੰ ਝੱਲੇ ਸਮਝ ਲਿਆ। ਜੋ ਸੰਸਾਰ ਨਾਲ ਜੁੜੇ ਅਸੀਂ ਉਹਨਾਂ ਨੂੰ ਸਿਆਣੇ ਸਮਝ ਲਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਮੈਨੂੰ ਵੀ ਲੋਕ ਭੂਤਨਾ ਕਹਿ ਦਿੰਦੇ ਸਨ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਕਈ ਮੈਨੂੰ ਆਮ ਇਨਸਾਨ ਸਮਝ ਲੈਂਦੇ ਸਨ, ਪਰ ਗੁਰੂ ਨਾਨਕ ਆਮ ਨਹੀਂ ਹੈ, ਗੁਰੂ ਤੇਗ ਬਹਾਦਰ ਆਮ ਨਹੀਂ ਹੈ, ਤੁਹਾਡੇ ਮੇਰੇ ਵਰਗਾ ਮਾਮੂਲੀ ਚੰਮ ਦਾ ਲਿਫਾਫਾ ਨਹੀਂ ਹੈ। ਬਾਣੀ ਦਾ ਇਹ ਫੁਰਮਾਨ ਹੈ। ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਬਾਬਤ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਰਮਾਤਮਾ ਦਾ ਸਰੂਪ ਆਪ ਪ੍ਰਗਟ ਹੈ। ਪੁੱਛਿਆ ਕਦੋਂ ਤੋਂ ਭੋਰੇ ਵਿੱਚ ਬੈਠੇ ਨੇ? ਕਹਿੰਦੇ ਜੀ 26 ਸਾਲ ਹੋ ਗਏ ਨੇ। ਹੈਰਾਨ ਰਹਿ ਗਿਆ ਬਾਬਾ ਮੱਖਣ ਸ਼ਾਹ ਲੁਬਾਣਾ। ਹੁਣ ਇੱਥੇ ਕਈ ਤਰਕ ਕਰ ਦਿੰਦੇ ਨੇ ਵੀ ਸਾਡੇ ਕੋਲੋਂ ਤੇ ਅੱਧਾ ਘੰਟਾ ਚੌਂਕੜਾ ਨਹੀਂ ਲੱਗਦਾ, 26 ਸਾਲ ਭੋਰੇ ਵਿੱਚ ਕਿਵੇਂ ਬੈਠਾ ਜਾ ਸਕਦਾ ਹੈ? ਅਖੇ ਭੋਰੇ 'ਚ ਬਹਿਣਾ ਪਖੰਡ ਹੈ, ਬਾਣੀ ਵਿੱਚ ਕਿਧਰੇ ਨਹੀਂ ਮਿਲੇਗਾ, ਏਦਾਂ ਕੁਝ ਨਹੀਂ ਲਿਖਿਆ। ਹੰਕਾਰ ਵਿੱਚ, ਦਿਖਾਵੇ ਵਿੱਚ ਪਰਮਾਤਮਾ ਕਦੇ ਵੀ ਪ੍ਰਗਟ ਨਹੀਂ ਹੁੰਦਾ। ਪਰ ਜਿੱਥੇ ਤੁਹਾਡੇ ਮਨ ਦੀ ਭਾਵਨਾ ਹੈ, ਭੋਰੇ ਵਿੱਚ ਬੈਠੋ ਜਾਂ ਚੁਬਾਰੇ ਤੇ ਚੜ ਜਾਓ, ਕਿਧਰੇ ਵੀ ਤੁਸੀਂ ਟਿਕੇ ਹੋ, ਭਗਤੀ ਕਰੋਗੇ ਤੇ ਪਰਮਾਤਮਾ ਮਿਲੇਗਾ। ਗੁਰ ਦ੍ਰਿਸ਼ਟਾਇਆ ਸਭਨੀ ਠਾਈ, ਜਲ ਥਲ ਪੂਰ ਰਹਾ ਗੋਸਾਈ। ਜਲਾਂ ਥਲਾਂ ਵਿੱਚ, ਭੋਰਿਆਂ ਚੁਬਾਰਿਆਂ ਵਿੱਚ, ਹਰ ਜ਼ਰੇ ਵਿੱਚ ਪਰਮਾਤਮਾ ਮੌਜੂਦ ਹੈ। ਜਿੱਥੇ ਵੀ ਬੈਠ ਕੇ ਗਾਓਗੇ ਪ੍ਰਗਟ ਹੋਵੇਗਾ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਭਗਤੀ ਦੇ ਨਾਲ ਹੀ ਪਰਮੇਸ਼ਵਰ ਪ੍ਰਗਟ ਹੁੰਦਾ ਹੈ, ਵਸਿਆ ਉਹ ਹਰ ਜ਼ਰੇ ਦੇ ਵਿੱਚ ਹੈ। ਦੀਨ ਦੁਨੀਆ ਦੇ ਮਾਲਕ 26 ਸਾਲਾਂ ਤੋਂ ਭੋਰੇ ਵਿੱਚ ਟਿਕੇ ਹੋਏ ਨੇ। ਬੜੀ ਹੈਰਾਨੀ ਵਾਲੀ ਬਾਤ ਹੈ। ਤੁਸੀਂ ਆਖੋਗੇ ਇੰਨਾ ਚਿਰ ਬੈਠਾ ਕਿਵੇਂ ਜਾ ਸਕਦਾ ਹੈ? ਕਹਿੰਦੇ ਜਿਹੜਾ ਪਰਮਾਤਮਾ ਹੈ ਨਾ, ਜਦੋਂ ਲੋਕਾਈ ਨਹੀਂ ਸੀ ਬਣੀ, ਦੁਨੀਆ ਨਹੀਂ ਸੀ ਬਣੀ, ਉਦੋਂ ਇਕੱਲਾ ਹੀ ਸੁਨ ਸਮਾਧ ਦੇ ਵਿੱਚ ਟਿਕਿਆ ਹੋਇਆ ਸੀ। ਮਹਾਰਾਜ ਕਹਿੰਦੇ ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨ ਹੁਕਮ ਅਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ। ਪੁੱਛੋ ਜੀ ਕਿੰਨਾ ਕੁ ਸਮਾਂ ਉਹ ਸਮਾਧੀ ਲੀਨ ਰਿਹਾ ਹੈ? ਮਹਾਰਾਜ ਕਹਿੰਦੇ ਨੇ ਕੇਤੜਿਆਂ ਜੁਗ ਧੁੰਦੂ ਘਾਰ ਹੈ, ਤਾੜੀ ਲਾਈ ਸਿਰਜਣਹਾਰ ਹੈ। ਗਿਣਤੀ ਨਹੀਂ ਹੋ ਸਕਦੀ। ਬੇਅੰਤ ਯੁਗ ਪਰਮਾਤਮਾ ਟਿਕਿਆ ਰਿਹਾ ਹੈ। ਤੇ ਜੇ ਪਰਮਾਤਮਾ ਬੇਅੰਤ ਯੁਗ ਟਿਕ ਸਕਦਾ ਹੈ, ਪਰਮਾਤਮਾ ਦਾ ਸਰਗੁਣ ਸਰੂਪ 26 ਸਾਲ ਕਿਉਂ ਨਹੀਂ ਤਾੜੀ ਲਾ ਸਕਦਾ? ਮਹਾਰਾਜ ਕਹਿੰਦੇ ਨੇ ਗੁਰ ਪਰਮੇਸ਼ਰ ਹੈ ਭੀ ਹੋਗ। ਗੁਰੂ ਇਸ ਦਾ ਟ੍ਰਾਂਸੈਂਡੈਂਟ ਲਾਰਡ। ਗੁਰੂ ਅਕਾਲ ਪੁਰਖ ਹੈ, ਜਿਤਨਾ ਲੰਬੇਰਾ ਚਾਹੇ ਚੌਂਕੜਾ ਲਾ ਸਕਦਾ ਹੈ। ਕਹੋ ਨਾਨਕ ਮੇਰਾ ਗੁਰ ਸਮਰਾਥਾ, ਮਾ ਗੁਰੂ ਇਜ਼ ਆਲ ਪਾਵਰਫੁਲ। ਸੋ ਆਪਣੇ ਤਲ ਤੇ ਨਾ ਸਮਝ ਗੁਰੂ ਨੂੰ ਵੀ ਤੇਥੋਂ ਚੌਂਕੜਾ ਨਹੀਂ ਲੱਗਦਾ ਤੇ ਗੁਰੂ ਨਹੀਂ ਲਾ ਸਕਦਾ। ਮਹਾਰਾਜ
ਟਿਕੇ ਹੋਏ ਸਨ। ਬਾਬਾ ਮੱਖਣ ਸ਼ਾਹ ਲੁਬਾਣਾ, ਲੁਬਾਣਾ ਲਫ਼ਜ਼ ਇਸ ਲਈ ਵਰਤਿਆ ਜਾਂਦਾ ਹੈ, ਇਹਦੇ ਅਰਥ ਸਮਝਿਓ। ਬਾਣੀਆਂ ਹੁੰਦਾ ਹੈ ਵਪਾਰੀ, ਇੱਥੇ ਹੈ ਲੂ ਬਾਣਾ, ਲੂਣ ਦਾ ਵਪਾਰ ਕਰਨ ਵਾਲਾ ਬਾਣੀਆਂ, ਲੂਣ ਦੇ ਵਪਾਰੀ ਤੋਂ ਬਣ ਗਿਆ ਲੁਬਾਣਾ। ਇਹ ਜੇਹਲਮ ਦੇ ਇਲਾਕੇ ਵਿੱਚ ਇਹਨਾਂ ਦਾ ਬੜਾ ਕਾਰੋਬਾਰ ਸੀ ਲੂਣ ਦਾ। ਇਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਦੇ ਲਈ ਭੋਰੇ ਦੇ ਬਾਹਰ ਪਹੁੰਚਦਾ ਹੈ। ਜਾ ਕੇ ਬੇਨਤੀ ਕੀਤੀ, ਭੋਰੇ ਦੇ ਬਾਹਰ ਮਾਤਾ ਗੁਜਰੀ ਜੀ ਬੈਠੇ ਹੋਏ ਸਨ। ਕਹਿੰਦਾ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ। ਤਰਲਾ ਲਿਆ ਹੈ। ਮਾਤਾ ਜੀ ਕਹਿੰਦੇ ਉਹ ਸਮਾਧੀ ਲੀਨ ਨੇ, ਗਿਲਾ ਨਾ ਕਰਨ ਜੇ ਉਹਨਾਂ ਨੂੰ ਸਮਾਧੀ ਚੋਂ ਉਠਾ ਦਿੱਤਾ, ਝਿੜਕਾ ਨਾ ਦੇਣ। ਤੋ ਬਾਬਾ ਮੱਖਣ ਸ਼ਾਹ ਝੋਲੀ ਅੱਡ ਕੇ ਕਹਿੰਦਾ ਮਾਂ ਮੈਂ ਝਿੜਕਾਂ ਝੋਲੀ ਪਵਾ ਲਵਾਂਗਾ, ਮੈਂ ਦਿਦਾਰੇ ਕੀਤੇ ਬਿਨਾ ਨਾ ਕੁਝ ਖਾਵਾਂਗਾ, ਨਾ ਪੀਵਾਂਗਾ, ਨਾ ਵਾਪਸ ਹੀ ਪਰਤਾਂਗਾ। ਜਿੱਦ ਫੜ ਲਈ ਹੈ। ਗਿਆਨੀ ਗਿਆਨ ਸਿੰਘ ਲਿਖਦੇ ਨੇ ਇਸ ਮਹਾਤਮਾ ਬਾਬਤ, ਮੱਖਣ ਸ਼ਾਹ ਲੁਬਾਣਾ ਹੁਤੋ ਸਿੱਖ, ਦੱਖਣ ਦੇਸ਼ ਰਹਾਵਨ ਵਾਰੋ, ਚਲੈ ਬੈਲ ਚਲੈ 1 ਲੱਖ ਤਿਸੈ ਅਰ ਖੇਪ ਜਹਾਜਨ ਕੋ ਬਨਜਾਰੋ। ਹਜ਼ਾਰਾਂ ਬੈਲ ਚੱਲਦੇ ਨੇ, ਹਜ਼ਾਰਾਂ ਬੇੜੇ ਚੱਲਦੇ ਨੇ, ਔਰ 500 ਅੰਗ ਰੱਖਿਅਕ ਇਹਦੇ ਨਾਲ ਰਹਿੰਦਾ ਸੀ। ਏਡਾ ਅਮੀਰ ਬੰਦਾ ਸੀ ਇਹ। 500 ਬੋਡੀਗਾਰਡ ਇਹਦੇ ਨਾਲ ਹੁੰਦਾ ਸੀ। ਹੁਤੇ ਸਵਾਰ ਪੰਚ ਸੈ ਸੰਗ, ਉਠਾਏ ਤੀਰ ਤੁਰੰਗ ਤੁਫੰਗ। ਮਹਾਰਾਜ ਦੇ ਚਰਨਾਂ ਵਿੱਚ ਆਇਆ ਹੈ। ਮਾਤਾ ਜੀ ਨੇ ਦਰਵਾਜ਼ਾ ਖੋਲਿਆ। ਜਦੋਂ ਦਿਦਾਰੇ ਕੀਤੇ, ਮਸਤਕ ਝੁਕਾਇਆ, ਡੰਡੌਤ ਕੀਤੀ, ਸੋਨੇ ਦੀਆਂ 2-4 ਮੋਹਰਾਂ ਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤੀਆਂ। ਬਾਦਸ਼ਾਹ ਮੁਸਕਰਾਏ ਨੇ, ਬਾਹੋਂ ਪਕੜ ਲਿਆ ਹੈ। ਕਹਿੰਦੇ ਭਾਈ ਮੱਖਣ ਸ਼ਾਹ, ਜੋ ਮਨ ਦੀ ਮਨੌਤ ਸੀ ਉਹ ਪੂਰੀ ਕਰ, ਸਾਨੂੰ ਮਾਇਆ ਦੀ ਲੋੜ ਨਹੀਂ ਹੈ। ਆਪਣੀਆਂ ਮੋਹਰਾਂ ਉਠਾ ਲੈ, ਜੇ ਭੇਟਾ ਰੱਖਣੀ ਹੈ ਮਰਦੇ ਤੂੰ, ਆਪਣੀ ਕੀਤੀ ਹੋਈ ਜ਼ੁਬਾਨ ਤੇ ਖਰਾ ਉਤਰ, ਪੈਮਾ ਸ਼ਿਕਨ ਨਾ ਬਣ, ਕਸਮ ਨਾ ਤੋੜ, ਵਾਦਾ ਨਾ ਤੋੜ। ਤੇਰਾ ਜਹਾਜ਼ ਸਾਗਰ ਵਿੱਚ ਡੁੱਬ ਰਿਹਾ ਸੀ, ਮੈਂ ਪਾਰ ਲਾਇਆ ਹੈ। ਸੁਖਣਾ ਤੇਰੀ 500 ਸੋਨੇ ਦੀ ਮੋਹਰ ਦੀ ਹੈ, ਇੱਥੇ ਗੁਰੂ ਘਰ ਦੀ ਅਮਾਨਤ ਰੱਖ ਦੇ। ਖੇੜੇ ਵਿੱਚ ਆ ਗਿਆ, ਅੱਖਾਂ ਭਰ ਆਈਆਂ। ਇਹ ਸਮਝ ਪੈ ਗਈ, ਬਿਨ ਬੋਲਿਆ ਸਭ ਕਿਛ ਜਾਣਦਾ ਇਹ ਪਰਮੇਸ਼ਵਰ ਦਾ 9ਵਾਂ ਜਾਮਾ ਗੁਰੂ ਤੇਗ ਬਹਾਦਰ ਨੇ। ਇਹਨਾਂ ਨੇ ਮੇਰੇ ਮਨ ਦਾ ਫੁਰਨਾ ਬੁੱਝ ਲਿਆ। ਇਹ ਭਾਵਨਾ ਪ੍ਰਗਟ ਹੋ ਗਈ ਵੀ ਵਾਕਿਆ ਹੀ ਗੁਰੂ ਪੂਰਾ ਹੈ। ਮੈਂ ਡੁੱਬਦੇ ਜਹਾਜ਼ ਵਿੱਚ ਬੈਠੇ ਨੇ ਅਰਦਾਸ ਕੀਤੀ ਸੀ। ਹੋਇਆ ਇਸ ਤਰ੍ਹਾਂ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ। ਜਨਾ ਪਿਆਰਿਆਂ ਦੀ ਅਰਦਾਸ ਵਿਅਰਥ ਨਹੀਂ ਜਾਂਦੀ, ਪੂਰੀ ਹੁੰਦੀ ਹੈ। ਖੈਰ, ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਾਵੇਂ ਭਾਈ ਮੱਖਣ ਸ਼ਾਹ ਖਲੋਤਾ ਹੈ। ਪਰ ਮਨ ਦੇ ਵਿੱਚ ਫਿਰ ਸ਼ੰਕਾ ਹੈ ਵੀ ਇਹ ਬਕਾਲੇ ਬੈਠੇ ਨੇ, ਜਹਾਜ਼ ਮੇਰਾ, ਬੇੜਾ ਮੇਰਾ ਸਾਗਰ ਵਿੱਚ ਡੁੱਬ ਰਿਹਾ ਸੀ, ਇਹਨਾਂ ਪਾਰ ਕਿਵੇਂ ਲਾ ਦਿੱਤਾ। ਬਾਪੂ ਨੇ ਅੰਦਰ ਦੀ ਬੁੱਝ ਲਈ, ਖੱਬੇ ਮੋਢੇ ਤੋਂ ਚੋਲਾ ਹਟਾਇਆ ਹੈ। ਪੰਥ ਪ੍ਰਕਾਸ਼ ਦੇ ਬੋਲ ਨੇ। ਗਿਆਨੀ ਗਿਆਨ ਸਿੰਘ ਬਹਾਨ ਇਤਿਹਾਸਕਾਰ ਲਿਖਦੇ ਨੇ, ਮੋਢੇ ਤੇ ਹੱਥ ਮਾਰਿਆ ਬਾਪੂ ਤੇਗ ਬਹਾਦਰ ਸਾਹਿਬ ਨੇ। ਕਹਿੰਦੇ ਪਿੱਖ ਕੰਧ ਅਭੀ ਲੱਗ ਛਿੱਲਾ ਪਇਓ, ਜਾਨਤ ਤੂੰ ਇਹ ਝੱਲਾ ਪਇਓ। ਉਹ ਤੂੰ ਮੈਨੂੰ ਝੱਲਾ ਸਮਝਦਾ ਹੈ? ਆ ਵੇਖ, ਤੇਰਾ ਬੇੜਾ ਬੰਨੇ ਲਾਉਂਦਿਆਂ ਮੇਰਾ ਮੋਢਾ ਛਿਲਿਆ ਗਿਆ। ਬਾਬਾ ਮੱਖਣ ਸ਼ਾਹ ਜੇ ਮੋਢਾ ਨਾ ਲਾਉਂਦਾ ਤੇ ਤੇਰਾ ਖੁਰਾ ਖੋਜ ਮਿਟ ਜਾਣਾ ਸੀ। ਇਹ ਗੁਰੂ ਦੀ ਅਜ਼ਮਤ ਹੈ, ਗੁਰੂ ਦੀ ਬਰਕਤ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਓ, ਕੀ ਗੁਰੂ ਐਸੀ ਅਜ਼ਮਤ ਰੱਖਦਾ ਹੈ? ਮਹਾਰਾਜ ਕਹਿੰਦੇ ਨੇ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਨਥਿੰਗ ਇਜ਼ ਬਿਯੋਂਡ ਗੁਰੂ ਤੇਗ ਬਹਾਦਰ। ਜੋ ਚਾਹੇ ਉਹ ਕਰ ਸਕਦਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬਾ ਮੱਖਣ ਸ਼ਾਹ ਕਹਿੰਦਾ, ਜੀ ਹੁਣ ਪ੍ਰਗਟ ਹੋਵੋ। ਮਹਾਰਾਜ ਕਹਿੰਦੇ, ਬਾਬਾ ਮੱਖਣ ਸ਼ਾਹ, ਮੈਂ ਬੜੇ ਆਨੰਦ ਵਿੱਚ ਆ, ਆਪਣੇ ਨਿਰਗੁਣ ਸਰੂਪ ਨਾਲ ਜੁੜਿਆ ਰਹਿੰਦਾ ਹਾਂ।
मैं दुनिया तो की लेना है। ते बाबा मक्खण शाह कहंदा जी तुसीं बेमोहताज हो, तुहाडी दुनिया ताईं कोई लोड़ नहीं है, पर डुबदे बेड़ियां नूं तुहाडी लोड़ पै गई है। किसे दे कारोबार दा बेड़ा डुब रहा है, किसे दे जीवन दा बेड़ा काम क्रोध लोभ मोह हंकार दियां छल्लां विच डुब रहा है, किसे दे जीवन दा बेड़ा 84 ਲੱਖ जूना वल नूं वहिंदा तुरिया जा रहा है। महाराज तुसीं ही बेड़े पार लाउण वाले हो, प्रगट हो। गुरु लादो रे, गुरु लादो रे दा नारा बुलंद कीता बाबा मक्खण शाह ने। गुरपूरे की बेअंत वडाई, गुरु साहब दी वडियाई दुनिया ते प्रगट होई। इथों पातशाह लोकाई नूं तारन लग पे, लखां जीवां नूं अकाल पुरख दे नाम नाल जोड़ के पातशाह ने नजात दवाई। आनंदपुर साहब टिके होए सन। समा आया भारत वर्ष दा बादशाह औरंगजेब मुगलिया सल्तनत दे तख्त ते बैठा है। इन्हें एक ऐलान किया, मैं भारत वर्ष दे लोकां नूं दारुल हरब तो दारुल इस्लाम वाल लै जावांगा। इस लफ्ज नूं समझियो, दारुल हरब दा मतलब है जिस देश विच राज इस्लाम दा होवे पर प्रैक्टिस सब धर्मां दी हो जावे। हिंदुओ गायत्री पढ़ो, मंदिरां च जाओ, सिखो आसा दी वार लाओ, गुरुद्वारे जाओ, ईसाई मत नाल संबंधित तो चर्च विच जाओ। दारुल इस्लाम दा मतलब है जिथे राज इस्लाम दा है और प्रैक्टिस भी इस्लाम दी होवे, दूसरे धर्म दी प्रैक्टिस ना कीती जा सके। इन्हें ऐलान किया, मैं सब नूं मिटा दवांगा। सब तो पहला इन्हें सनातन मत दे विद्वान टारगेट कीते ने। विद्वानां नूं ये लोचदा है इस्लाम विच लियाउणा। तुसीं कई बार सुनिया होवेगा जी गुरु तेग बहादुर साहब ने कश्मीरी पंडितां नूं रखिया। ये लफ्ज ठीक नहीं है। कश्मीरी पंडित ही कले नहीं रखे, भारत वर्ष दी धोती बोधी जंजू तिलक सनातन मत अगर दुनिया ते मौजूद है, ये गुरु तेग बहादुर साहब दी किरपा दे सदका है। देखो किरपा रामदत्त आदक जिन्ने भी विद्वान पंडित ने उन्हां नूं टारगेट औरंगजेब ने इसलिए कीता है, वो जानदा है भी हिंदू मत दी आबादी बड़ी है, कल्ले कल्ले नूं इस्लाम विच लियाउणा ये बड़ा कठिन कारज है और लंबेरा समा चाहिदा है। सो ਜਿਹੜੇ विद्वान पुरुष हुंदे ने जिन्हां तो धर्मी लोक सेध लैंदे ने, कौमां सेध लैंदियां ने, ज्ञानवान लोक, प्रचारक लोक, विद्वान लोक अगर ये धर्म तब्दील कर लैण, कलमा पढ़ लैण, सनातन मत नूं छड्ड के इस्लाम विच आ जाण ते इन्हां दे पिछे लखां हिंदू जंजू ला के मुसलमान हो जाणगे। सो उन्हें पहला ध्यान दिता है विद्वान पुरुषां वल। हुण कश्मीर दे पंडित बड़े विद्वान ने। जदों लालच दे नाल खरीदो फरोख्त होण लगी, जदों डर दे नाल धर्म तब्दील कीते जाण लगे, जो नहीं सी धर्म तब्दील करदा उहदा गलुआ कटिया जाण लग्या, सनातन मत दा बेड़ा डुबदा जाण के दीन दुनिया दे मालक गुरु तेग बहादुर साहब वल आनंदां दी पुरी वल नूं किरपा रामदत्त सैकड़े पंडितां दा विद्वानां दा वफद लैके पहुंचिया। जाके बेनती कीती है, बापू तू सनातन मत दे डुबदे बेड़े दा सहारा है, तू सानू रख सकदा है। जे ना तू किरपा कीती ते सनातन मत दा चिराग औरंगजेब भारत वर्ष तो इस रूहे जमीन तो मिटा दवेगा। कवि संतोख सिंह जी नूं कदे पढ़ियो, गुरप्रताप सूरज ग्रंथ दे बोल ने, किरपा रामदत्त बोलदा है, राखो अब हिंदन की टेक, नाहिन जग में राहे ना एक, तुसी टेक रखो। गुरु तेग बहादुर साहब कहंदे ठीक है, ऐ किरपा रामदत्त जाके औरंगजेब नूं कह दिओ वफद लै जाओ, मजलिस विच बैठ के आखो साडा मुर्शद गुरु तेग बहादुर है। जे गुरु तेग बहादुर कलमा पढ़ लवे, सिर झुका दवे, भारत वर्ष दे सनातन मतीए हिंदू लोग अते सिख लोग सारे ही कलमा पढ़ देणगे, सिख सिखी छड्ड देणगे, सनातन मत जंजू ला के इस्लाम विच आ जावेगा।
जे गुरु तेग बहादुर साहब ना झुके तू उच्ची अख दे नाल जंजू नूं नहीं तकेगा। औरंगजेब नाल बैठक हुंदी है, हंकारी बंदा सी, चूर सी गरूर विच भी, मेरे अगे फकीर किथे टिक पावेगा। कहदा ठीक है, कसम उठाउंदा हां, अगर गुरु तेग बहादुर चुक गए, डोल गए सिरड़ तो, ते तुहानूं सारिआं नूं भारत वर्ष दे लोकां नूं मुसलमान बनना पवेगा। गुरु साहब ना झुके ना डोले ते सनातन मत नूं छड्ड दवांगा। भाई नंद लाल कहंदे गुरु तेग बहादुर साहब दा सुभाਅ है शरण आया दी रखिया करनी। गुरु तेग बहादुर आ साराफा अफजाल जीनत आराए महफिले जाहो जलाल। शरण आया नूं बापू तू रखदा है, सतगुर मेरा सदा दयाला, मोहे दीन को राख लिया। अखीर पातशाह सनातन मत नूं इंसानियत नूं रखण लई आगरे तो गिरफ्तारी दिंदे ने। दिल्ली दे विच मुगलिया हुकूमत वालों पातशाह नूं लिआंदा जांदा है। जिस इलाके विच तुसीं अज विचर रहे हो, इस चांदनी चौक दे इलाके विच पास ही एक भूतां वाली हवेली प्रचलित सी। महाराज नूं उत्थे रखिया गया। दिल्ली दा निजाम सैफुद्दीन है, मुतफलक खान इत्थे किलेदार है, शाही काजी इत्थे वहाबदीन है। भूतां वाली हवेली बाबत प्रचलित सी, गोस्ट हाउस कहंदे सन। ਉਹਦੇ ਵਿੱਚ ਭੂਤਾਂ ਪ੍ਰੇਤਾਂ ਦਾ ਵਾਸਾ ਸੀ। ਜਿਹੜਾ ਕੈਦੀ ਉੱਥੇ ਰਾਤ ਰਹਿੰਦਾ ਸੀ ਉਹਦਾ ਖੁਰਾ ਖੋਜ ਮਿਟ ਜਾਂਦਾ ਸੀ। ਬਾਣੀ ਦਾ ਫਰਮਾਨ ਹੈ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ। ਬਾਣੀ ਇਹ ਮੋਹਰ ਲਾਉਂਦੀ ਹੈ, ਜੋ ਕੁਝ ਵੀ ਬਾਣੀ ਵਿੱਚ ਆ ਗਿਆ ਪੱਥਰ ਤੇ ਲਕੀਰ ਹੈ। ਜਿਹੜੇ ਕਹਿੰਦੇ ਭੂਤ ਪ੍ਰੇਤ ਨਹੀਂ ਹੁੰਦੇ, ਅਗੋਚਰ ਦੁਨੀਆ, ਇਨਵਿਜ਼ੀਬਲ ਦੁਨੀਆ ਬਾਬਤ ਤੋਂ ਜਾਣ ਲਓ, ਜੋ ਅੱਖਾਂ ਦਾ ਵਿਸ਼ਾ ਨਹੀਂ ਹੈ, ਨਿਰਸਰੂਪ ਹੈ। ਜੇ ਕੋਈ ਮਾਂ ਨੂੰ ਆਖੇ ਮਾਂ ਕਿੰਨਾ ਕੁ ਪਿਆਰ ਹੈ ਬੱਚੇ ਨਾਲ, ਉਹਦਾ ਰੰਗ ਰੂਪ ਦਿਖਾ, ਮਾਂ ਨਹੀਂ ਦਿਖਾ ਸਕਦੀ, ਪਰ ਪਿਆਰ ਹੈ, ਪਿਆਰ ਭਾਵਨਾ ਹੈ। ਇਹ ਅਗੋਚਰ ਦੁਨੀਆ ਮਹਿਸੂਸ ਹੁੰਦੀ ਹੈ। ਖੈਰ ਪੁਰਾਣੀ ਹਵੇਲੀ ਵਿੱਚ ਪਾਤਸ਼ਾਹ ਕੈਦ ਨੇ। ਇੱਕ ਜਦੋਂ ਰਾਤ ਲੰਘ ਗਈ, ਵਹਾਬਦੀਨ ਸੈਫਦੀਨ ਆਪਸ ਵਿੱਚ ਬਚਨ ਬਲਾਸ ਕਰਦੇ ਨੇ। ਵਹਾਬਦੀਨ ਨੂੰ ਸੈਫਦੀਨ ਨੇ ਪੁੱਛਿਆ ਕੀ ਗੁਰੂ ਖੌਫਜ਼ਦਾ ਹੋਇਆ ਹੈ, ਕੀ ਭੂਤਾਂ ਵਾਲੀ ਹਵੇਲੀ ਵਿੱਚ ਮੋਇਆ ਹੈ ਗੁਰੂ? ਜੇ ਨਹੀਂ ਮੋਇਆ, ਕੀ ਉਹਦੇ ਅੰਦਰ ਡਰ ਹੈ, ਉਹ ਇਸਲਾਮ ਕਬੂਲ ਲਵੇਗਾ? ਕਹਿੰਦੇ ਅੱਗੋਂ ਫਿਰ ਵਹਾਬ ਦੀਨ ਨੇ ਜਿਹੜਾ ਜਵਾਬ ਦਿੱਤਾ ਹੈ, ਸੋਹਣ ਲਾਲ ਸੂਰੀ ਨੇ ਇਹ ਬਿਆਨ ਕੀਤਾ ਹੈ, ਮਕਾਨੇ ਜ਼ਿੰਦਾ ਰਾਹਾ ਗੁਲਸਤਾਨੇ ਤਸਵਰ ਫਰਮੂਦ। ਗੁਰੂ ਤੇਗ ਬਹਾਦਰ ਨੂੰ ਕੁਝ ਨਹੀਂ ਹੋਇਆ, ਭੂਤਾਂ ਦਾ ਕੋਈ ਖੌਫ ਨਹੀਂ ਹੈ। ਉਹ ਇਉਂ ਭੂਤਾਂ ਵਾਲੀ ਹਵੇਲੀ ਵਿੱਚ ਸੈਰ ਕਰ ਰਿਹਾ ਹੈ ਜਿਵੇਂ ਕੋਈ ਬਾਦਸ਼ਾਹ ਬਗੀਚੇ ਵਿੱਚ ਖਿੜਿਆ ਹੋਇਆ ਸੈਰ ਕਰਦਾ ਹੋਵੇ। ਉਹਨੂੰ ਕੋਈ ਡਰਾ ਨਹੀਂ ਸਕਦਾ। ਬਾਣੀ ਦਾ ਫਰਮਾਨ ਹੈ, ਵੇ ਮੁਹਤਾਜਾ ਵੇ ਪਰਵਾਹੋ, ਨਾਨਕ ਦਾਸ ਕਹੋ ਗੁਰਵਾਹੋ। ਗੁਰਾਂ ਨੂੰ ਡਰਾਉਣ ਲਈ ਫਿਰ ਪਿੰਜਰੇ ਵਿੱਚ ਪਾਇਆ, ਚਾਂਦਨੀ ਚੌਕ ਦੀ ਕੁਤਵਾਲੀ ਕੈਦ ਕੀਤਾ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਨੂੰ ਗੁਰਾਂ ਦੇ ਸਾਵੇਂ ਸ਼ਹੀਦ ਕੀਤਾ। ਅਖੀਰ ਮਹਾਰਾਜ ਨੂੰ ਆਖਿਆ ਗਿਆ, ਜਾਂ ਕਰਾਮਾਤ ਕਰੋ ਜਾਂ ਈਨ ਮੰਨੋ, ਤਖਤੋ ਤਾਜ ਮਿਲਣਗੇ, ਕਲਮਾ ਪੜ੍ਹ ਲਓ। ਜੇ ਕੋਈ ਵੀ ਸ਼ਰਤ ਕਬੂਲ ਨਹੀਂ ਹੈ ਤੇ ਤੁਹਾਨੂੰ ਮਰਨਾ ਪਵੇਗਾ, ਤੁਹਾਡਾ ਗਲੂਆ ਕੱਟ ਦਿੱਤਾ ਜਾਵੇਗਾ। ਬਾਪੂ ਕਹਿੰਦੇ ਮੈਂ ਬੇਮੁਹਤਾਜ ਹਾਂ, ਜਿਵੇਂ ਬਾਣੀ ਦਾ ਫਰਮਾਨ ਹੈ, ਸਤਗੁਰ ਮੇਰਾ ਬੇਮੁਹਤਾਜ, ਮਾਏ ਗੁਰੂ is totally independent। ਕਹਿੰਦੇ ਮੈਂ ਹੁਕਮ ਵਿੱਚ ਕੇਵਲ ਅਕਾਲ ਦੇ ਚੱਲਦਾ। ਔਰੰਗਜ਼ੇਬ ਮੈਨੂੰ ਆਪਣਾ ਦੀਨ ਪਿਆਰਾ, ਮੈਨੂੰ ਦੁਨੀਆ ਦੇ ਸਭ ਦੀਨ ਪਿਆਰੇ ਨੇ। ਤੂੰ ਧੱਕੋ ਜ਼ੋਰੀ ਕਰਕੇ ਦੀਨ ਬਦਲਦਾ ਹੈ। ਦੀਨ ਪ੍ਰੇਮ ਦਾ ਵਿਸ਼ਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਗੋਬਿੰਦ ਸਿੰਘ ਦੇ ਵੀ ਬੋਲ ਨੇ, ਪ੍ਰੇਮ ਨਾਲ ਪ੍ਰਚਾਰ ਕਰੋ, ਧਰਮ ਪ੍ਰਫੁੱਲਤ ਕਰੋ। ਤੁਸੀਂ ਖਰੀਦੋ ਫਰੋਖਤ ਕਰਦੇ ਹੋ, ਧੱਕੋ ਜ਼ੋਰੀ ਕਰਦੇ ਹੋ। ਮੈਂ ਆਪਣੇ ਧਰਮ ਵਿੱਚ ਰਵਾਂਗਾ, ਸਿਰੜ ਨਹੀਂ ਛੱਡਾਂਗਾ। ਤੂੰ ਆਪਣੀ ਕਸਮ ਤੇ ਕਾਇਮ ਰਹੀ, ਸਨਾਤਨ ਮਤ ਨੂੰ ਤੈਨੂੰ ਛੱਡਣਾ ਪਵੇਗਾ। ਅਖੀਰ ਸੈਯਦ ਜਲਾਲੂਦੀਨ ਜਲਾਦ ਨੇ ਤਲਵਾਰ ਸੂਤ ਲਈ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਜਪਜੀ ਸਾਹਿਬ ਕਰਕੇ ਸਮਾਪਤੀ ਕਰਾਂਗਾ, ਤੂੰ ਤਲਵਾਰ ਚਲਾ ਦਈ। ਇਸ਼ਨਾਨ ਕੀਤਾ, ਜਪਜੀ ਦਾ ਜਾਪ ਕੀਤਾ, ਗਲੂਏ ਚੋਂ ਅਖੀਰਲੇ ਬੋਲ ਲਲਕਾਰ ਕੇ ਦਿੱਲੀ ਦੀ ਸਲਤਨਤ ਲਈ ਪਾਤਸ਼ਾਹ ਨੇ ਕੱਢੇ। ਕਾਜੀ ਵਹਾਬਦੀਨ ਨੂੰ ਦਿੱਲੀ ਸਲਤਨਤ ਨੂੰ ਗੱਜ ਵੱਜ ਕੇ ਬਾਪੂ ਨੇ ਆਖਿਆ, ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ।
ਇੱਕ ਦੋ ਨਹੀਂ ਪਰਖ ਲੈ 100 ਤੇਗਾ, ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ, ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾ, ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਪਿਓ ਨੇ ਪੈਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਹੁਣ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਆਏ ਔਰੰਗਜ਼ੇਬ, ਮੈਂ ਸ਼ਾਂਤੀ ਪ੍ਰਸਤ ਹਾਂ, ਫਕੀਰ ਹਾਂ, ਸਿਰ ਦੇ ਚੱਲਿਆ, ਪਰ ਐਸਾ ਭਾਂਬੜ ਮਚੇਗਾ ਮੇਰੇ ਫਰਜ਼ੰਦ ਗੁਰੂ ਗੋਬਿੰਦ ਰਾਏ ਦੇ ਜ਼ਿਹਨ ਵਿੱਚ, ਖਾਲਸਾ ਪ੍ਰਗਟ ਕਰੇਗਾ, ਉਹ ਖਾਲਸਾ ਦਿੱਲੀ ਦਾ ਤਖਤ ਸਾੜ ਕੇ ਸੁਆਹ ਕਰੇਗਾ। ਹੋਇਆ ਵੀ ਇਸੇ ਤਰ੍ਹਾਂ। ਖਾਲਸਾ ਸੱਜਿਆ 1699 ਦੀ ਵਿਸਾਖੀ ਤੇ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਿਆਂ, ਬਾਬਾ ਬਗੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ ਹੋਣਾ, ਮਹਾਰਾਜਾ ਰਣਜੀਤ ਸਿੰਘ ਹੋਣਾ, ਭਾਰਤ ਵਰਸ਼ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ। ਮੁਗਲਿਆ ਸਲਤਨਤ ਦਾ ਰਾਜ ਜੋ 1001 ਈਸਵੀ ਤੋਂ ਮਹਿਮੂਦ ਗਜ਼ਨਵੀ ਤੋਂ ਲੈ ਕੇ ਮੁਗਲ ਡਾਇਨੈਸਟੀ, ਪਠਾਨ ਡਾਇਨੈਸਟੀ, ਲੋਧੀ ਡਾਇਨੈਸਟੀ ਕਮਾ ਰਹੀ ਸੀ, ਮਿਟਾ ਦਿੱਤਾ। ਔਰ ਇਤਿਹਾਸਿਕ ਗਵਾਹੀ ਇਸ ਸਾਕੇ ਦੀ ਸ਼ਹੀਦੀ ਦੀ ਗੁਰੂ ਗੋਬਿੰਦ ਸਿੰਘ ਨੇ ਬਚਿੱਤਰ ਨਾਟਕ ਆਟੋਬਾਇਓਗ੍ਰਾਫੀ ਵਿੱਚ ਪ੍ਰਗਟ ਕਰਦੇ ਇਹ ਬਚਨ ਕਹੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮਹਿ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਐਸੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਸ਼ਹੀਦੀ ਲੋਕਾਈ ਦੇ ਭਲੇ ਹਿੱਤ, ਹਿਊਮਨ ਰਾਈਟਸ ਦੇ ਲਈ, ਸਨਾਤਨ ਮਤ ਨੂੰ ਰੱਖਣ ਲਈ, ਜ਼ੁਲਮੋ ਸਿਤਮ ਦੇ ਖਿਲਾਫ ਹੋਈ, ਦੀਨ ਦੁਨੀਆ ਦੇ ਮਾਲਕ ਨੇ ਅਗੰਮੀ ਸ਼ਹਾਦਤ ਦੀ ਅਵਧੀ ਮਾਣੀ ਹੈ, ਜਿਸ ਨੂੰ ਦੇਸ਼ਾਂ ਦੇਸ਼ਾਂਤਰਾਂ ਵਿੱਚ ਯਾਦ ਕੀਤਾ ਜਾ ਰਿਹਾ ਹੈ। ਔਰ ਭਾਰਤ ਵਰਸ਼ ਦੀ ਸਰਕਾਰ ਵੱਲੋਂ ਲਾਲ ਕਿਲੇ ਤੇ ਕੱਲ 20 ਅਪ੍ਰੈਲ ਅਤੇ ਅੱਜ 21 ਅਪ੍ਰੈਲ 2022 ਨੂੰ ਗੁਰੂ ਸਾਹਿਬ ਜੀ ਦੇ 400 ਸਾਲਾ ਸਮਾਗਮਾਂ ਨੂੰ ਸਮਰਪਿਤ ਚੌਥੀ ਸ਼ਤਾਬਦੀ ਮਨਾਉਂਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਕੱਲ ਵੀ ਆਪ ਸੰਗਤ ਨੇ ਸ਼ਿਰਕਤ ਕੀਤੀ ਹੈ, ਅੱਜ ਵੀ ਆਪ ਸੰਗਤ ਨੇ ਸ਼ਿਰਕਤ ਕਰਨੀ ਹੈ। ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਰਤ ਵਰਸ਼ ਉੱਪਰ, ਸਨਾਤਨ ਮਤ ਉੱਪਰ, ਇਨਸਾਨੀਅਤ ਉੱਪਰ ਜਿਤਨੇ ਅਹਿਸਾਨ ਨੇ ਉਤਾਰੇ ਨਹੀਂ ਜਾ ਸਕਦੇ। ਸਮੁੱਚੀ ਦੁਨੀਆ ਤਾਈਂ ਇਹਨਾਂ ਸਮਾਗਮਾਂ ਰਾਹੀਂ ਗੁਰੂ ਸਾਹਿਬ ਦਾ ਉਪਦੇਸ਼ ਪਹੁੰਚ ਰਿਹਾ ਹੈ, ਬਲੀਦਾਨ ਦੀ ਗਾਥਾ ਪਹੁੰਚ ਰਹੀ ਹੈ। ਭਾਰਤ ਵਰਸ਼ ਦੀ ਸਰਕਾਰ ਦਾ ਵੀ ਧੰਨਵਾਦ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਹਨਾਂ ਸਮਾਗਮਾਂ ਵਿੱਚ ਸਹਿਯੋਗ ਕਰ ਰਹੀ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਕੱਲ ਨੂੰ ਫਿਰ ਆਪ ਸੰਗਤ ਦੇ ਦੀਦਾਰੇ ਕਰਾਂਗੇ। ਇਸ ਪਾਵਨ ਸਥਾਨ ਤੋਂ ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਆਏ ਹੋ, ਮਹਾਰਾਜ ਸਭਨਾਂ ਦੀਆਂ ਝੋਲੀਆਂ ਭਰਨ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ